ਉਹ बेचारा वर्ड ਜਿਹੜਾ ਵਾਸ ਯੂਜ਼ਡ ਕੰਟੀਨਿਊਸਲੀ ਫॉर ਮਾਈ ਫਾਦਰ ਮੈਨੂੰ ਬਹੁਤ ਖਲਦਾ ਸੀ 10 ਸਾਲ ਦੀ ਉਮਰ ਤੋਂ ਹੀ। ਮੈਨੂੰ ਕੁਝ ਇਸ ਤਰ੍ਹਾਂ ਦਾ ਕਰਨਾ ਸੀ ਜਦ ਤੱਕ ਸਭ ਤੋਂ ਪਹਿਲਾਂ ਮੇਰੀ ਲਾਈਫ ਦਾ ਏਮ ਇੱਕ ਹੈ ਦੈਟ ਹੀ ਫੀਲਸ ਪ੍ਰਾਊਡ ਆਫ ਮੀ। मैं चेंज की गल करती हाँ तो मैं पहला मैं वो चेंज बनने की कोशिश करा और मेरे हाथ में मेरा हथियार मेरी कलम है। Just one fine day Kiran Bedi became Kiran Bedi. No, she has worked hard over years to be who she is. जरा जी मुसीबत आई तो फर्स्ट थिंग असी ये सोचते हैं काम छड़ दो, ਇਹ ਛੱਡ ਦੋ ਈਜ਼ੀ ਲਾਈਫ, ਕੰਫਰਟ ਜ਼ੋਨ ਚੋਂ ਬਾਹਰ ਨਿਕਲ ਕੇ। ਇਹਨਾਂ ਦੀ ਚੋਂ ਕਿਸੇ ਦੀ ਵੀ ਜ਼ਿੰਦਗੀ ਬੜੀ ਕੰਫਰਟੇਬਲ ਨਹੀਂ ਰਹੀ ਹੈ। ਇਹ ਨਹੀਂ ਹੈ ਕਿ ਉਹ ਬਹੁਤ ਘਰ ਦੀ ਚਾਰ ਦੀਵਾਰੀ ਤੇ ਉਹ ਅੱਜ ਜੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਾਂ ਉਹਨਾਂ ਦੀ ਜ਼ਿੰਦਗੀ ਬਾਰੇ ਗੱਲ ਕਰ ਰਹੇ ਹਾਂ ਤੇ ਉਹਦੀ ਵਜ੍ਹਾ ਹੀ ਇਹ ਹੈ ਕਿ ਉਹ ਕੰਫਰਟ ਜ਼ੋਨ ਚੋਂ ਬਾਹਰ ਨਿਕਲੀਆਂ। ਤੇ ਇਹੀ ਤੇ ਇਨਸਪੀਰੇਸ਼ਨ ਦੀ ਗੱਲ ਹੈ ਨਾ ਕਿ ਅਸੀਂ ਗਿਵ ਅਪ ਨਹੀਂ ਕਰਨਾ। ਇਹਨਾਂ ਤੋਂ ਇਹੀ ਸਿੱਖਣਾ ਹੈ ਕਿ ਯੂ ਡੋਂਟ ਹੈਵ ਟੂ ਗਿਵ ਅਪ ਇਨ ਬਿਟਵੀਨ। फलाना साडे लिए करे या फलाना भी, सानू औरतां नू खुद पहला अपने लिए कुछ करना है। असी अपनी बेटियां लिए रास्ता नहीं बना सकांगे तो फिर साडी वी विल बी द वीक क्रिएचर्स। अपना भी नहीं, आप नू भी नहीं प्रोटेक्ट कर सके, आप नू भी असी कन्फाइन रखिया, अपने टैलेंट नू एक्सप्लॉइट नहीं किया तो फिर हाउ कैन वी स्पीक ऑन बिहाफ ऑफ आवर कमिंग जनरेशनस। इस वेले त्रासदी है कि औरतों के खिलाफ ਜਿਹੜੇ ਗੀਤ ਲਿਖੇ ਜਾ ਰਹੇ ਨੇ ਉਹ ਕਾਫੀ ਅਜਿਹੇ ਨੇ ਜਿਹੜੀਆਂ ਔਰਤਾਂ ਨੂੰ ਨੀਵਾਂ ਦਿਖਾ ਰਹੇ ਨੇ। ਖਾਸ ਕਰਕੇ ਪੰਜਾਬੀ ਗੀਤਕਾਰੀ ਦੀ ਗੱਲ ਕਰੀਏ, ਤੁਸੀਂ ਨਜ਼ਰ ਰੱਖਦੇ ਹੋ ਅਜਿਹੀਆਂ ਚੀਜ਼ਾਂ? ਮੈਨੂੰ ਆਈ ਐਮ ਨਾਟ ਫੈਸੀਨੇਟਡ ਬਾਈ ਆਲ ਦਿਸ ਔਰ ਮੈਨੂੰ ਇਹ ਡਿਮੀਨਿੰਗ ਦੀਆਂ ਚੀਜ਼ਾਂ 'ਚ ਕੁਝ ਇੰਟਰਸਟ ਹੁੰਦਾ ਨਹੀਂ ਹੈ ਕਿਉਂਕਿ ਜੇ ਤੁਸੀਂ ਇਹਨਾਂ ਗੀਤਾਂ ਨੂੰ ਅੰਮ੍ਰਿਤਾ ਪ੍ਰੀਤਮ ਦੀ ਸ਼ਾਇਰੀ ਨਾਲ ਕਰੋ ਕੰਪੇਅਰ ਤੇ ਫਿਰ ਤੁਹਾਨੂੰ ਖੁਦ ਪਤਾ ਕਿਤੇ ਵੀ ਨਹੀਂ ਉਹ ਖੜੇ ਹੋਣੇ। ਸੋ ਇਹਨਾਂ ਬਾਰੇ ਤੇ ਗੱਲ ਕਰਨਾ ਵੀ ਆਈ ਥਿੰਕ ਇਟਸ ਵੇਸਟ ਆਫ ਟਾਈਮ। ਸਮਾਜ ਦੇ ਵਿੱਚ ਵਿਚਰਦੇ ਹੋਏ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਕਈ ਚੀਜ਼ਾਂ ਨੂੰ ਅਬਜ਼ਰਵ ਕਰਦੇ ਹਾਂ ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਕਿਤਾਬ ਲਿਖੀ ਜਾਂਦੀ ਹੈ। ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਵਿਸ਼ੇ ਨੇ ਪਰ ਉਹਨਾਂ ਦੇ ਵਿੱਚੋਂ ਜਦੋਂ ਔਰਤਾਂ ਦੀ ਗੱਲ ਕਰਦੇ ਹਾਂ ਤਾਂ ਕੁਝ ਔਰਤਾਂ ਅਜਿਹੀਆਂ ਨੇ ਜਿਹੜੀਆਂ ਬਾਕੀਆਂ ਦੇ ਲਈ ਉਦਾਹਰਨ ਸਾਬਿਤ ਹੋ ਰਹੀਆਂ ਨੇ। ਇੱਕ ਕਿਤਾਬ ਲਾਂਚ ਕੀਤੀ ਗਈ, ਓਵਰਕਮ ਐਂਡ ਬਿਕਮ। ਇਸ ਦੇ ਸ਼ੀਰਸ਼ਕ ਤੋਂ ਆਪਾਂ ਕਹਿ ਸਕਦੇ ਹਾਂ, ਸਿਰਲੇਖ ਤੋਂ ਹੀ ਸਾਫ਼ ਸਾਬਿਤ ਹੋ ਰਿਹਾ ਹੈ ਕਿ ਕਿਤਾਬ ਦੇ ਵਿੱਚ ਕੀ ਲਿਖਿਆ ਗਿਆ ਹੋਊਗਾ। ਕੁਝ ਤਸਵੀਰਾਂ ਤੁਸੀਂ ਦੇਖ ਰਹੇ ਹੋ, ਉਹ ਤਸਵੀਰਾਂ ਨੇ ਇਹ ਜਿਹੜੀਆਂ ਔਰਤਾਂ ਸਾਡੇ ਲਈ ਸਮਾਜ ਦੇ ਵਿੱਚ ਪ੍ਰੇਰਨਾ ਸਰੋਤ ਨੇ। ਸਾਡੇ ਨਾਲ ਪ੍ਰੀਤਿੰਦਰ ਢਿੱਲੋਂ ਨੇ, ਰਾਈਟਰ ਨੇ। ਕਿਤਾਬ ਲਿਖਣ ਦੇ ਪਿੱਛੇ ਕੀ ਸੋਚ ਰਹੀ ਹੈ, ਗੱਲਬਾਤ ਕਰਦੇ ਹਾਂ। ਮੈਡਮ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਕਿਤਾਬ ਲਿਖਣ ਲੱਗੇ ਬਹੁਤ ਸਾਰੀਆਂ ਚੀਜ਼ਾਂ ਜ਼ਿਹਨ ਦੇ ਵਿੱਚ ਆਉਂਦੀਆਂ ਨੇ। ਵਿਸ਼ਾ ਸਭ ਤੋਂ ਪਹਿਲਾਂ ਹੁੰਦਾ ਕਿ ਵਿਸ਼ਾ ਕੀ ਰੱਖਿਆ ਜਾਊਗਾ। ਵਿਸ਼ਾ ਕਿਵੇਂ ਚੁਣਿਆ ਸੀ ਕਿ ਇਹ ਵਿਸ਼ੇ ਤੇ ਕਿਤਾਬ ਲਿਖੀ ਜਾ ਸਕੇ? ਸਰ ਇਹ ਕਿਤਾਬ ਦਾ ਵਿਸ਼ਾ ਆਈ ਥਿੰਕ ਜ਼ਹਿਨ ਵਿੱਚ, ਸਬਕੌਂਸ਼ੀਅਸ ਮਾਈਂਡ ਵਿੱਚ ਬਹੁਤ ਦੇਰ ਤੋਂ ਚੱਲ ਰਿਹਾ ਸੀ। ਬਿਕੋਜ਼ ਤੁਸੀਂ ਬੁੱਕ ਦੇਖੋਗੇ ਔਰ ਪੜ੍ਹੋਗੇ ਤਾਂ ਉਹਦੇ ਵਿੱਚ ਲਿਖਿਆ ਹੀ ਹੋਇਆ ਵੀ ਆਰ 5 ਸਿਸਟਰਸ। ਸਾਡੀ ਐਗਰੀਕਲਚਰਲ ਬੈਕਗਰਾਊਂਡ ਹੈ। ਮੈਂ ਬਹੁਤ ਯੰਗ ਸੀ, ਆਈ ਵਾਸ 11 ਵੈਨ ਮਾਈ ਸਭ ਤੋਂ ਛੋਟੀ ਸਿਸਟਰ 5th one was born। ਅਤੇ ਮੈਨੂੰ ਉਹ बेचारा ਵਰਡ ਜਿਹੜਾ ਵਾਸ ਯੂਜ਼ਡ ਕੰਟੀਨਿਊਸਲੀ ਫॉर ਮਾਈ ਫਾਦਰ ਉਹ ਮੈਨੂੰ ਬਹੁਤ ਖਲਦਾ ਸੀ 10 ਸਾਲ ਦੀ ਉਮਰ ਤੋਂ ਹੀ। ਮੈਨੂੰ ਕੁਝ ਇਸ ਤਰ੍ਹਾਂ ਦਾ ਕਰਨਾ ਸੀ ਜਦ ਤੱਕ ਸਭ ਤੋਂ ਪਹਿਲਾਂ ਮੇਰੀ ਲਾਈਫ ਦਾ ਏਮ ਇੱਕ ਹੈ ਦੈਟ ਹੀ ਫੀਲਸ ਪ੍ਰਾਊਡ ਆਫ ਮੀ। ਆਈ ਡੋਂਟ ਵਾਂਟ ਹਿਮ ਟੂ ਫੀਲ ਦੈਟ ਕਿ ਲੜਕੀਆਂ ਦੇ ਫਾਦਰ ਹੈ ਜਾਂ ਪੈਰੈਂਟ ਹੈ ਉਹ ਬਹੁਤ बेचारे ਲਾਇਬਿਲਿਟੀ ਹੈ। ਨੋ, ਆਈ ਵਾਂਟ ਟੂ ਮੇਕ ਮਾਈ ਓਨ ਮਾਰਕ। ਪਲੱਸ ਮੈਂ ਉਹ ਇਹ ਨਹੀਂ ਚਾਹੁੰਦੀ ਹਾਂ ਕਿ ਸਿਰਫ ਫॉर द ਸੇਕ ਆਫ ਸੇਇੰਗ ਤੁਸੀਂ ਕਰ ਰਹੇ ਹੋ ਕੋਈ ਚੀਜ਼। ਆਈ ਵਾਂਟ ਕਿ ਮੈਂ ਚੇਂਜ ਦੀ ਗੱਲ ਕਰਦੀ ਹਾਂ ਤੇ ਮੈਂ ਪਹਿਲਾਂ ਉਹ ਚੇਂਜ ਬਣਨ ਦੀ ਕੋਸ਼ਿਸ਼ ਕਰਾਂ ਔਰ ਮੇਰੇ ਹੱਥ ਵਿੱਚ ਮੇਰਾ ਹਥਿਆਰ ਮੇਰੀ ਕਲਮ ਹੈ। ਮੈਂ ਹਿੰਦੁਸਤਾਨ ਟਾਈਮਜ਼ ਲਈ ਲਿਖਦੀ ਰਹੀ ਹਾਂ ਪਹਿਲਾਂ ਫॉर 3 years, ਫਿਰ ਮੈਂ ਟਾਈਮਜ਼ ਆਫ ਇੰਡੀਆ ਲਈ ਲਿਖਿਆ ਹੈ। ਫਿਰ ਮੇਰੀ ਪਹਿਲੀ ਬੁੱਕ ਆਈ ਸੀ 4 ਸਾਲ ਪਹਿਲਾਂ ਵਿਚ ਵਾਸ ਦ ਬਾਇਓਗ੍ਰਾਫੀ ਆਫ ਹੰਸਰਾਜ ਹੰਸ ਜੀ, ਰੈਗਸ ਟੂ ਰਾਗਾਸ ਐਂਡ ਬਿਯੋਂਡ। ਦਿਸ ਇਜ਼ ਮਾਈ ਸੈਕਿੰਡ ਵਨ। ਇਹਦਾ ਮੋਟਿਵ ਇਹ ਸੀ ਕਿ ਮੈਂ ਸਟਰੋਂਗ ਗ੍ਰਿਟੀ ਵਿਮਨ ਨੂੰ ਹਾਈਲਾਈਟ ਕਰਨਾ ਚਾਹੁੰਦੀ ਸੀ। ਬਿਕੋਜ਼ ਆਪਾਂ ਸਭ ਲੋਕਾਂ ਨੂੰ ਇੰਨਾ ਪਤਾ ਹੈ ਕਿ ਇਹ ਜਿਹੜੀ ਸਾਡੀਆਂ 5 ਔਰਤਾਂ ਨੇ ਇਹਨਾਂ ਨੇ ਅਚੀਵ ਕੀਤਾ ਬਟ ਨਥਿੰਗ ਵਾਜ਼ ਈਜ਼ੀ ਫॉर them। ਸਿਰਫ ਅਸੀਂ ਉੱਪਰ ਚੋਟੀ ਤੇ ਮਾਊਂਟ ਐਵਰੈਸਟ ਤੇ ਕੋਈ ਚੜ੍ਹ ਗਿਆ ਤੇ ਕਹਿ ਦਿੰਦੇ ਉਹ ਇੰਨੇ ਵਿੱਚ ਚੜ੍ਹਾਈ। ਉਸ ਦੇ ਦੌਰਾਨ ਵੀ ਬਹੁਤ ਹਰਡਲਸ ਆਉਂਦੀਆਂ ਨੇ, ਉਹਨੂੰ ਪਾਰ ਕਰਦੇ ਹਾਂ ਦੈਨ ਵੀ ਬਿਕਮ ਵਾਟ ਵੀ ਆਰ। ਸੋ ਦਿਸ ਵਾਜ਼ ਦ ਮੇਨ ਮੋਟਿਵ ਬਿਹਾਈਂਡ ਇਟ, ਟੂ ਹਾਈਲਾਈਟ ਦੇਅਰ ਸਟਰੈਂਥਸ ਐਂਡ ਦੇਅਰ ਵੀਕਨੈਸਿਸ ਐਂਡ ਪਲੱਸ ਇਹ ਉਹ ਨਹੀਂ ਸੀ ਕਿ ਵਿਕੀਪੀਡੀਆ ਵਾਂਗੂ ਕਿ ਇਹਨਾਂ ਦੀ ਬੇਸਿਕ ਜਿੱਦਾਂ ਤੁਸੀਂ ਹੈ ਨਾ ਜਾਣਕਾਰੀ ਦੀ। ਇਹਦੇ ਵਿੱਚ ਉਹ ਸੀ ਕਿ ਇਹਨਾਂ ਦਾ ਥਾਟ ਪ੍ਰੋਸੈਸ ਇੱਦਾਂ ਦਾ ਕਿਉਂ ਬਣਿਆ। ਜਿੱਦਾਂ ਹੁਣ ਬੀਬੀ ਇੰਦਰਜੀਤ ਕੌਰ ਹੈ, ਜੇ ਉਹ ਹਿਊਮੈਨਿਟੇਰੀਅਨ ਸਾਈਡ 'ਤੇ ਗਏ ਹੈ ਅਤੇ ਉਹਦੇ ਪਿੱਛੇ ਕਿਉਂ ਉਹਨਾਂ ਕੀ ਚੀਜ਼ਾਂ ਸੀ ਜਿਹੜੀਆਂ ਉਹਨਾਂ ਦੇ ਮਨ 'ਤੇ ਇੰਨਾ ਡੂੰਘਾ ਅਸਰ ਕਰ ਗਈਆਂ। ਦੈਟ ਇਜ਼ ਵਾਟ ਦ ਬੁੱਕ ਇਜ਼ ਆਲ ਅਬਾਊਟ। ਹੁਣ ਇਹ ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ ਕਿ ਹਰੇਕ ਸ਼ਖਸੀਅਤ ਜਿਹੜੀ ਇਸ ਵੇਲੇ ਹੈਗੀ ਆ ਹਰ ਅਲੱਗ-ਅਲੱਗ ਕਿੱਤੇ ਦੇ ਨਾਲ ਸੰਬੰਧਿਤ ਅਲੱਗ-ਅਲੱਗ ਉਹਨਾਂ ਦੀ ਆਪਾਂ ਕਹਿ ਸਕਦੇ ਕਿ ਜਿੱਦਾਂ ਦਰਿਆ ਅਲੱਗ-ਅਲੱਗ ਧਾਰਾ ਦੇ ਵਿੱਚ ਵਹਿੰਦੇ ਨੇ ਉਵੇਂ ਹੀ ਇਹ ਅਲੱਗ-ਅਲੱਗ ਧਾਰਾ ਦੇ ਵਿੱਚ ਬਹਿ ਰਹੀਆਂ ਨੇ।
ਕਿਵੇਂ ਚੁਣਿਆ ਸੀਗਾ ਵੀ ਇਹੀ 5 ਔਰਤਾਂ ਨੇ ਜਿਨ੍ਹਾਂ ਨੂੰ ਅਸੀਂ ਔਰਤਾਂ ਦੇ ਲਈ ਆਪਾਂ ਕਹਿ ਸਕਦੇ, ਕਿਉਂਕਿ ਔਰਤਾਂ ਇਸ ਵੇਲੇ ਕਈ ਵੇਲੇ ਆਪਾਂ ਕਹਿ ਦਿੰਦੇ ਬਹੁਤ ਹੀਣ ਮਹਿਸੂਸ ਕਰਦੀਆਂ ਨੇ, ਬਹੁਤ ਘੱਟ ਮਹਿਸੂਸ ਕਰਦੀਆਂ ਨੇ ਸਮਾਜ ਦੇ ਵਿੱਚ। ਅਸੀਂ ਬੇਸ਼ੱਕ ਕਹਿੰਦੇ ਹਾਂ ਕਿ ਮੋਢੇ ਦੇ ਨਾਲ ਮੋਢਾ ਲਾ ਕੇ ਖੜੀਆਂ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਹੀਣ ਭਾਵਨਾ ਸਮਾਜ ਦੇ ਵਿੱਚ ਹੈ, ਕਿਉਂਕਿ ਮਰਦ ਪ੍ਰਧਾਨ ਸਮਾਜ ਹੈਗਾ। ਇਹੀ 5 ਔਰਤਾਂ ਕਿਵੇਂ ਚੁਣੀਆਂ? ਸਰ ਇੱਕਦਮ ਇਹ ਸੀ ਕਿ ਹਰ ਯੋਨਰ ਹਰ ਫੀਲਡ ਦੀ ਔਰਤ ਹੋਏ, ਇਹ ਨਹੀਂ ਹੈ ਕਿ ਰਾਈਟਰ ਹੈ ਜਾਂ ਸਿੰਗਰ ਹੈ, ਹਰ ਕਿੱਤੇ ਦੀ ਔਰਤ ਹੈ। ਦੂਸਰੀ ਗੱਲ, ਇਹ ਤਾਂ ਮੈਂ ਕੋਈ ਵੀ 5 ਚੁਣਦੀ, ਤੁਸੀਂ ਇਹੀ ਕਹਿਣਾ ਸੀ ਇਹੀ 5 ਕਿਉਂ ਚੁਣੀਆਂ ਨੇ, ਬਿਕੋਜ਼ ਦੇ ਆਰ ਰੋਲ ਮਾਡਲਸ। ਤੁਸੀਂ ਇਹਨਾਂ ਦੀ ਲਾਈਫ ਦੀ ਸਟੋਰੀ ਨੂੰ ਜਦੋਂ ਪੜ੍ਹ ਕੇ ਜਾਣਨ ਦੀ ਕੋਸ਼ਿਸ਼ ਕਰਦੇ ਹੋ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਔਰ ਇਹਨਾਂ 'ਚ ਕੋਈ ਨਾਮ ਇੱਦਾਂ ਦਾ ਨਹੀਂ ਹੈ ਜਿਹੜਾ ਆਪਾਂ ਪੰਜਾਬੀ ਲੋਕ ਅਨਨੋਨ ਹੋਣ ਜਾਂ ਸਾਨੂੰ ਪਤਾ ਨਹੀਂ ਹੈ। ਹਾਂ, ਜ਼ਿੰਦਗੀ ਦੀ ਕਹਾਣੀਆਂ ਨਹੀਂ ਪਤਾ ਹੋਣਗੀਆਂ, ਉਹ ਸਾਰੇ ਹਰਡਲਸ ਨਹੀਂ ਪਤਾ ਹੋਣਗੇ, ਪਰ ਨਾਮ ਪਤਾ ਹੈ ਕਿ ਦੇ ਹੈਵ ਮੇਡ ਦੇ ਨੇਮ। ਮੈਨੂੰ ਇਹਨਾਂ ਲੋਕਾਂ ਨੂੰ ਹਾਈਲਾਈਟ ਕਰਕੇ ਲੈ ਕੇ ਆਉਣਾ ਸੀ ਕਿ ਇਹ ਜੋ 5 ਔਰਤਾਂ ਨੇ ਇਹ ਬਾਈ ਚਾਂਸ ਐਕਸੀਡੈਂਟਲੀ ਨਹੀਂ ਬਣ ਗਈਆਂ ਕਿ ਜਸਟ ਵਨ ਫਾਈਨ ਡੇ ਕਿਰਨ ਬੇਦੀ ਬਿਕੇਮ ਕਿਰਨ ਬੇਦੀ। ਨੋ, ਸ਼ੀ ਹੈਜ਼ ਵਰਕਡ ਹਾਰਡ ਓਵਰ ਈਅਰਸ ਟੂ ਬੀ ਹੂ ਸ਼ੀ ਇਜ਼। ਸੋ ਮੇਨ ਉਹ ਸੀ ਕਨਸੈਪਟ ਇਹਦਾ। ਜਦੋਂ ਤੁਸੀਂ ਹੁਣ ਦੱਸਿਆ ਕਿ ਇੱਕ ਸਿਰਫ ਬੇਸਿਕ ਇਨਫੋਰਮੇਸ਼ਨ ਹੀ, ਸਗੋਂ ਉਹਨਾਂ ਦੀ ਪੂਰੀ ਥਰੂ ਆਊਟ ਜਰਨੀ ਕਿਵੇਂ ਰਹੀ ਆ, ਕਿਵੇਂ ਉਹ ਬਣੀਆਂ ਨੇ, ਜਿਵੇਂ ਹੈਡਿੰਗ ਆਪਾਂ ਕਹਿ ਲਈਏ ਗੱਲ ਕੀਤੀ ਆ ਓਵਰਕਮ ਐਂਡ ਬਿਕਮ, ਤੇ ਇਹ ਤੋਂ ਸਾਫ਼ ਹੁੰਦਾ ਕਿ ਤੁਸੀਂ ਉਹ ਸਾਰਾ ਪੜਾਓ ਦੇਖਿਆ ਹੋਣਾ, ਉਹਦੇ ਬਾਰੇ ਘੋਖਿਆ ਹੋਣਾ। ਇਸ ਦੌਰਾਨ ਜਦੋਂ ਇੱਕ ਲੇਖਕ ਲਿਖਦਾ ਉਹ ਉਸੇ ਸੋਚ ਦੇ ਵਿੱਚ ਵੀ ਚਲੇ ਜਾਂਦਾ। ਉਸੇ ਦੌਰਾਨ ਕਿਹੜੀਆਂ ਗੱਲਾਂ ਅਜਿਹੀਆਂ ਮਹਿਸੂਸ ਕੀਤੀਆਂ, ਜੇ ਕੋਈ ਉਹਦੀ ਥਾਂ ਹੋਰ ਹੁੰਦਾ ਤਾਂ ਸ਼ਾਇਦ ਉਹ ਇਹ ਚੀਜ਼ਾਂ ਨਾ ਕਰ ਪਾਉਂਦਾ? ਕਿਹੜੀਆਂ ਅਜਿਹੀਆਂ ਚੀਜ਼ਾਂ ਲੱਗੀਆਂ ਜਿਨ੍ਹਾਂ ਨੂੰ ਤੁਹਾਨੂੰ ਲੱਗਾ ਵੀ ਇਹ ਬਾਕੀਆਂ ਲਈ ਮੋਟੀਵੇਸ਼ਨਲ ਹੋ ਸਕਦੀ? ਸਰ ਇਹਦਾ ਕਿਸੇ ਦੀ ਵੀ ਲਾਈਫ ਨਾ, ਜਿੱਦਾਂ ਆਪਾਂ ਲੋਕ ਵੀ ਆਪਣੀ ਨੋਰਮਲ ਜ਼ਿੰਦਗੀ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਜ਼ਰਾ ਜੀ ਮੁਸੀਬਤ ਆਈ ਤੇ ਫਰਸਟ ਥਿੰਗ ਅਸੀਂ ਇਹ ਸੋਚਦੇ ਹਾਂ ਕੰਮ ਛੱਡ ਦਿਓ, ਇਹ ਛੱਡ ਦਿਓ, ਈਜ਼ੀ ਲਾਈਫ, ਕੰਫਰਟ ਜ਼ੋਨ ਚੋਂ ਬਾਹਰ ਨਿਕਲ ਕੇ। ਇਹਨਾਂ ਦੀ ਚੋਂ ਕਿਸੇ ਦੀ ਵੀ ਜ਼ਿੰਦਗੀ ਬੜੀ ਕੰਫਰਟੇਬਲ ਨਹੀਂ ਰਹੀ ਹੈ। ਇਹ ਨਹੀਂ ਹੈ ਕਿ ਉਹ ਬਹੁਤ ਘਰ ਦੀ ਚਾਰ ਦੀਵਾਰੀ ਦੇ, ਉਹ ਅੱਜ ਜੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਾਂ ਉਹਨਾਂ ਦੀ ਜ਼ਿੰਦਗੀ ਬਾਰੇ ਗੱਲ ਕਰ ਰਹੇ ਹਾਂ ਤੇ ਉਹਦੀ ਵਜ੍ਹਾ ਹੀ ਇਹ ਹੈ ਕਿ ਉਹ ਕੰਫਰਟ ਜ਼ੋਨ ਚੋਂ ਬਾਹਰ ਨਿਕਲੀਆਂ। ਤੇ ਇਹੀ ਤੇ ਇਨਸਪੀਰੇਸ਼ਨ ਦੀ ਗੱਲ ਹੈ ਨਾ ਕਿ ਅਸੀਂ ਗਿਵ ਅਪ ਨਹੀਂ ਕਰਨਾ। ਇਹਨਾਂ ਤੋਂ ਇਹੀ ਸਿੱਖਣਾ ਹੈ ਕਿ ਯੂ ਡੋਂਟ ਹੈਵ ਟੂ ਗਿਵ ਅਪ ਇਨ ਬਿਟਵੀਨ, ਕਿ ਥੋੜਾ ਜਿਹਾ ਹਰਡਲ ਆਇਆ, ਅਸੀਂ ਥੱਕ ਗਏ, ਗਿਵ ਅਪ ਕਰ ਦਿੱਤਾ ਕਿ ਨਹੀਂ ਇਹ ਮੇਰੇ ਬਸ ਦੀ ਚੀਜ਼ ਨਹੀਂ ਹੈ। ਜੇ ਕਿਰਨ ਬੇਦੀ ਨਾਲ ਜੋ ਹੋਇਆ, ਕਿਉਂਕਿ ਮੇਲ ਸ਼ੋਵਨਿਸਟਿਕ ਸਾਰੀ ਸੋਸਾਇਟੀ ਹੈ, ਪੈਟਰੀਆਰਕੀ ਵਾਲੀ ਚੱਲ ਰਹੀ ਹੈ। ਪਹਿਲੀ ਵਿਮਨ, ਇੱਕ ਉਹਨਾਂ ਦੀ ਜਿਹੜੀ ਪਹਿਲੀ ਪਿਕਚਰ ਹੈ IPS ਦੀ, ਉਹਦੇ ਵਿੱਚ ਉਹ ਇਕੱਲੀ ਖੜੀ ਹੈ ਸਾਰੇ ਆਦਮੀਆਂ ਦੇ ਵਿੱਚ। ਸੋ ਯੂ ਕੈਨ ਵੈਲ ਇਮੈਜਿਨ ਕਿ ਉਹਨਾਂ ਲਈ ਕੋਈ ਬੜੀ ਈਜ਼ੀ ਨਹੀਂ ਸੀ ਚੀਜ਼। ਹਾਂ, ਹੁਣ ਅਸੀਂ ਜੋ ਮਰਜ਼ੀ ਕਹਿ ਲਈਏ ਕਿ ਦੀਜ਼ ਵਿਮਨ ਦੇ ਹੈਵ ਓਪਨਡ ਨਿਊ ਡੋਰਸ ਫॉर ਅਸ। ਜਿਹੜਾ ਪਹਿਲਾ ਗੁਜ਼ਰਦਾ ਕਿਸੇ ਰਸਤੇ ਤੋਂ, ਇਹ ਸਾਡੇ ਲਈ ਹੁਣ ਰਾਹ ਬਣਾ ਗਏ। ਹੁਣ ਅਸੀਂ ਉਸ ਰਸਤੇ ਤੇ ਤੁਰਨਾ ਹਿੰਮਤ ਕਰਕੇ। ਇਹਨਾਂ ਦੀ ਇਹ 5 ਸ਼ਖਸੀਅਤਾਂ ਨੇ, ਇੱਕ ਪੇਂਟਿੰਗ ਦੇ ਵਿੱਚ ਮਸ਼ਹੂਰ ਨੇ, ਇੱਕ ਲਿਖਣੀ ਦੇ ਵਿੱਚ ਮਸ਼ਹੂਰ ਨੇ, ਇੱਕ ਗਾਉਣ ਦੇ ਵਿੱਚ ਮਸ਼ਹੂਰ ਨੇ, ਇੱਕ ਆਪਣੇ ਸਰਕਾਰੀ ਕੰਮਾਂ ਕਰਕੇ, ਇੱਕ ਸੇਵਾ ਕਰਕੇ। ਇਹਨਾਂ ਦੇ ਵਿੱਚੋਂ ਇੱਕ ਗੁਣ ਜਿਹੜਾ ਤੁਹਾਨੂੰ ਲੱਗਾ ਵੀ ਤੁਸੀਂ ਵੀ ਆਪਣੇ ਵਿੱਚ ਅਡਾਪਟ ਕਰਨਾ ਚਾਹੋ, ਤੁਹਾਨੂੰ ਕੀ ਲੱਗਦਾ? ਸਰ ਇਹਨਾਂ ਸਾਰਿਆਂ 'ਚ ਇੱਕੋ ਹੀ ਸਿਮਿਲੈਰਿਟੀ ਹੈ। ਉਹਨਾਂ ਦੇ ਰਸਤੇ ਅਲੱਗ-ਅਲੱਗ ਹੈ ਪਰ ਐਵਰੀਥਿੰਗ ਇਜ਼ ਸਿਮਿਲਰ ਇਹ ਇੱਕ ਪੈਸ਼ਨ ਹੈ, ਇੱਕ ਡਰਾਈਵ ਹੈ, ਇੱਕ ਜਨੂਨ ਹੈ। ਜਿੱਦਾਂ ਪਾਤਰ ਸਾਹਿਬ ਨੇ ਸ਼ਾਇਦ ਤੁਸੀਂ ਅੰਦਰ ਸੁਣਿਆ ਹੋਣਾ, ਇੱਕ ਇਸ਼ਕ ਹੈ ਆਪਣੇ ਕੰਮ ਪ੍ਰਤੀ। ਜੇ ਉਹਨੂੰ ਤੁਸੀਂ ਫੋਲੋ ਕਰ ਰਹੇ ਹੋ ਨਾ, ਫਿਰ ਰਸਤਾ ਕੋਈ ਵੀ ਹੋਵੇ, ਇਹ ਤੇ ਮੰਜ਼ਿਲ ਤੇ ਪਹੁੰਚ ਚੁੱਕੇ ਲੋਕ ਨੇ। ਪ੍ਰੀਤਿੰਦਰ ਕਿਵੇਂ ਦੇਖਦੀ ਹੈ ਇਸ ਵੇਲੇ ਸਮਾਜ ਦੇ ਵਿੱਚ ਜੋ ਔਰਤਾਂ ਦੇ ਹਾਲਾਤ ਨੇ? ਕਿਉਂਕਿ ਤੁਸੀਂ ਇੱਕ ਵਿਸ਼ਾ ਚੁਣਿਆ, ਤੁਹਾਨੂੰ ਕੀ ਲੱਗਦਾ ਇਸ ਵੇਲੇ ਅੱਜ ਦੇ ਸਮਾਜ ਦੇ ਵਿੱਚ ਔਰਤ ਕਿੱਥੇ ਖੜੀ? ਅੱਗੇ ਨਾਲੋਂ ਨੋ ਡਾਊਟ ਐਜੂਕੇਸ਼ਨ ਨਾਲ ਦੇ ਸਪਰੈਡ ਨਾਲ ਚੀਜ਼ਾਂ ਬਿਹਤਰ ਹੋ ਰਹੀਆਂ। ਆਈ ਮਾਈਸੈਲਫ ਐਮ ਦ ਪ੍ਰੋਡਕਟ ਆਫ ਇਟ। ਮੇਰੀ ਮਦਰ ਐਜੂਕੇਟਡ ਨਹੀਂ ਹੈ, 7th ਤੱਕ ਪੜ੍ਹੇ ਹੈ। ਮੈਂ ਉਹਨਾਂ ਨੂੰ ਆਪਣੀ ਸਾਰੀ ਲੈਂਗੁਏਜ ਨੂੰ ਪੰਜਾਬੀ 'ਚ ਹਰ ਸੈਂਟੈਂਸ ਨੂੰ ਟਰਾਂਸਲੇਟ ਕਰਕੇ ਸਮਝਾਉਂਦੀ ਹਾਂ ਕਿ ਆਹ ਚੀਜ਼ ਇੱਦਾਂ ਲਿਖੀ ਹੈ ਇੰਗਲਿਸ਼ ਦੇ ਵਿੱਚ। ਸੋ ਓਬਵੀਅਸਲੀ ਮੈਨੂੰ ਸਪੋਰਟ ਮਿਲੀ ਹੈ ਫੈਮਿਲੀ ਦੀ, ਮੇਰੇ ਇਨ-ਲॉज ਦੀ, ਮੇਰੇ ਪੇਰੈਂਟਸ ਦੀ, ਤਾਂ ਹੀ ਮੈਂ ਇੱਥੇ ਤੱਕ ਸਪੋਰਟ ਹੁਣ ਮਿਲ ਰਹੀ ਹੈ, ਨੋ ਡਾਊਟ। ਬਟ ਜਿਹੜਾ ਮਾਈਂਡ ਸੈਟ ਹੈ ਉਹਦੇ ਵਿੱਚ ਉਹ ਮੈਨੂੰ ਬਹੁਤ ਟੈਂਪਰੇਰੀ ਫਰੇਮ ਲੱਗਦਾ ਹੈ ਕਿ ਮੈਜੋਰਿਟੀ ਦੇ ਵਿੱਚੋਂ ਇੱਕ ਹੈਂਡਫੁਲ ਨੂੰ ਸਪੋਰਟ ਦੇ ਦੇਣ ਨਾਲ ਪੂਰਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਸੁਸਾਇਟੀ ਦਾ ਬਦਲਾਵ ਆ ਗਿਆ। ਲੋਟ ਨੀਡਸ ਟੂ ਬੀ ਡਨ। ਬਟ ਉਹਦੇ ਵਿੱਚ ਸਭ ਤੋਂ ਪਹਿਲਾਂ ਉਹੀ ਗੱਲ ਹੈ ਕਿ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਫਲਾਨਾ ਸਾਡੇ ਲਈ ਇਹ ਕਰੇ ਜਾਂ ਫਲਾਨਾ ਵੀ। ਸਾਨੂੰ ਔਰਤਾਂ ਨੂੰ ਖੁਦ ਪਹਿਲਾਂ ਆਪਣੇ ਲਈ ਕੁਝ ਕਰਨਾ। ਅਸੀਂ ਆਪਣੀ ਬੇਟੀਆਂ ਲਈ ਰਸਤਾ ਨਹੀਂ ਬਣਾ ਸਕਾਂਗੇ ਤਾਂ ਫਿਰ ਸਾਡੀ ਵੀ ਵਿਲ ਬੀ ਦ ਵੀਕ ਕ੍ਰੀਏਚਰਸ। ਆਪਣਾ ਵੀ ਨਹੀਂ, ਆਪ ਨੂੰ ਵੀ ਨਹੀਂ ਪ੍ਰੋਟੈਕਟ ਕਰ ਸਕੇ, ਆਪ ਨੂੰ ਵੀ ਅਸੀਂ ਕਨਫਾਈਨ ਰੱਖਿਆ, ਆਪਣੇ ਟੈਲੈਂਟ ਨੂੰ ਐਕਸਪਲੋਇਟ ਨਹੀਂ ਕੀਤਾ, ਤੇ ਫਿਰ ਹਾਊ ਕੈਨ ਵੀ ਸਪੀਕ ਔਨ ਬਿਹਾਫ ਆਫ ਆਰ ਕਮਿੰਗ ਜਨਰੇਸ਼ਨਸ। ਬਹੁਤ ਸਾਰੇ ਲੋਕ ਇਸ ਵੇਲੇ ਵੀਡੀਓ ਦੇਖ ਰਹੇ ਨੇ, ਖਾਸ ਕਰਕੇ ਉਹਨਾਂ ਔਰਤਾਂ ਦੀ ਗੱਲ ਕਰੀਏ ਜਿਹੜੀਆਂ ਹਲੇ ਵੀ ਕਿ ਵੇਲੇ ਦੱਬਿਆ ਮਹਿਸੂਸ ਕਰਦੀਆਂ ਨੇ, ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ?
हर हालात डिफरेंट है। एक जनरल सुनेहा हर एक ते नहीं चल सकता, एक ब्लैंकेट एक कवर ब्लैंकेट सब कुछ नहीं किया जा सकता। बट हाँ, मैं सिर्फ ये महसूस करती ਹਾਂ फील करती ਹਾਂ कि सब ਨੂੰ ਔਰਤਾਂ ਨੂੰ ਜੇ ਤੁਹਾਡੇ ਅੰਦਰ ਜੋ ਵੀ ਹੁਨਰ ਹੈ, ਜੋ ਵੀ ਪੈਸ਼ਨ ਹੈ, ਇੱਕ ਤਾਂ ਤੁਸੀਂ ਡਿਪਰੈਸ਼ਨ 'ਚ ਨਹੀਂ ਜਾਓਗੇ ਚੀਜ਼ਾਂ ਨੂੰ ਦੇਖ ਕੇ, ਇੱਕ ਤੁਹਾਡਾ ਮਾਈਂਡ ਕ੍ਰੀਏਟਿਵਿਟੀ ਔਰ ਪੋਜ਼ਿਟਿਵਿਟੀ ਵੱਲ, ਕੋਈ ਕਢਾਈ ਕਰਦਾ, ਕੋਈ ਸਿਲਾਈ ਕਰਦਾ, ਫਾਈਨੈਂਸ਼ੀਅਲੀ ਵੀ ਇੰਡੀਪੈਂਡੈਂਟ ਹੋਵੋ, ਇਮੋਸ਼ਨਲੀ ਵੀ ਇੰਡੀਪੈਂਡੈਂਟ ਹੋਵੋ, ਆਪਣੇ ਆਪ ਦੇ ਅੰਦਰ ਜਿਹੜਾ ਪੈਸ਼ਨ ਹੈ ਉਹਨੂੰ ਬਾਹਰ ਲਿਆ ਕੇ ਤੁਹਾਡਾ ਮਾਈਂਡ ਜਦੋਂ ਇਨਗਰੋਸਡ ਰਹਿੰਦਾ ਨਾ, ਤੁਸੀਂ ਵੈਸੇ ਹੀ ਪੋਜ਼ਿਟਿਵ ਰਹਿੰਦੇ ਹੋ। ਸੋ ਉਹ ਤੁਹਾਨੂੰ ਸਟਰੈਂਥ ਦਿੰਦਾ ਫਾਈਟ ਕਰਨ ਦੀ ਚੀਜ਼ਾਂ ਦੀ। ਹਰ ਇੱਕ ਦੇ ਸਰਕਮਸਟੈਂਸਸ ਅਲੱਗ ਹੈ, ਆਈ ਕਾਂਟ ਸੇ ਕੋਈ ਪਤਾ ਨਹੀਂ ਕਿਸ ਹਾਲਾਤ ਵਿੱਚ ਹੋਏਗਾ। ਵੱਖ-ਵੱਖ ਹਾਲਾਤਾਂ ਦੇ ਵੱਖ-ਵੱਖ ਸਲਾਹਾਂ ਟੁੱਕ ਸਕਦੀਆਂ ਨੇ। ਅਖੀਰ ਦੇ ਵਿੱਚ ਮੈਂ ਜਿੱਦਾਂ ਅੱਜ ਕੱਲ੍ਹ ਇੱਕ ਥੋੜ੍ਹਾ ਜਿਹਾ ਵਿਸ਼ੇ ਤੋਂ ਹਟ ਕੇ ਸਵਾਲ ਪੁੱਛਣ ਲੱਗਾ ਕਿ ਸਮਾਜ ਦੇ ਵਿੱਚ ਵਿਚਰਦੇ ਹੋਏ ਇੱਕ ਬੜੀ ਇਸ ਵੇਲੇ ਤਰਾਸਦੀ ਹੈ ਕਿ ਔਰਤਾਂ ਦੇ ਖਿਲਾਫ ਜਿਹੜੇ ਗੀਤ ਲਿਖੇ ਜਾ ਰਹੇ ਨੇ ਉਹ ਕਾਫੀ ਅਜਿਹੇ ਨੇ ਜਿਹੜੀਆਂ ਔਰਤਾਂ ਨੂੰ ਨੀਵਾਂ ਦਿਖਾ ਰਹੇ ਨੇ, ਖਾਸ ਕਰਕੇ ਪੰਜਾਬੀ ਗੀਤਕਾਰੀ ਦੀ ਗੱਲ ਕਰੀਏ, ਤੁਸੀਂ ਨਜ਼ਰ ਰੱਖਦੇ ਹੋ ਅਜਿਹੀਆਂ ਚੀਜ਼ਾਂ ਤੇ? ਮੈਨੂੰ ਆਈ ਐਮ ਨਾਟ ਫੈਸੀਨੇਟਡ ਬਾਈ ਆਲ ਦਿਸ, ਔਰ ਮੈਨੂੰ ਇਹ ਡਿਮੀਨਿੰਗ ਦੀਆਂ ਚੀਜ਼ਾਂ 'ਚ ਕੁਝ ਇੰਟਰਸਟ ਹੁੰਦਾ ਨਹੀਂ ਹੈ, ਕਿਉਂਕਿ ਜੇ ਤੁਸੀਂ ਇਹਨਾਂ ਗੀਤਾਂ ਨੂੰ ਅੰਮ੍ਰਿਤਾ ਪ੍ਰੀਤਮ ਦੀ ਸ਼ਾਇਰੀ ਨਾਲ ਕਰੋ ਕੰਪੇਅਰ, ਤਾਂ ਫਿਰ ਤੁਹਾਨੂੰ ਖੁਦ ਹੀ ਪਤਾ ਕਿਤੇ ਵੀ ਨਹੀਂ ਉਹ ਖੜੇ ਹੁੰਦੀਆਂ। ਸੋ ਇਹਨਾਂ ਬਾਰੇ ਤਾਂ ਗੱਲ ਕਰਨਾ ਵੀ ਆਈ ਥਿੰਕ ਇਟਸ ਵੇਸਟ ਆਫ ਟਾਈਮ, ਕਿਉਂਕਿ ਜੇ ਅਸੀਂ ਆਪਣੇ ਮਿਆਰ ਨੂੰ ਉੱਥੇ ਤੱਕ ਉਸ ਤੋਂ ਅੱਗੇ ਨਹੀਂ ਲੈ ਕੇ ਜਾ ਸਕਦੇ ਤਾਂ ਘੱਟੋ ਘੱਟ ਅਸੀਂ ਉਸ ਮਿਆਰ 'ਤੇ ਤਾਂ ਰਹੀਏ ਨਾ। ਉਸ ਤੋਂ ਥੱਲੇ ਆ ਕੇ ਫਿਰ ਅਸੀਂ ਉਹਨੂੰ ਡਿਸਕਸ ਕਰਾਂਗੇ ਤਾਂ ਉਹਦਾ ਦੇयर इज नो ਪੁਆਇੰਟ। ਕਿਤਾਬ ਲੋਕਾਂ ਦੇ ਵਿੱਚ ਜਾ ਚੁੱਕੀ ਹੈ, ਨਤੀਜੇ ਆਉਣਗੇ, ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅੱਜ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਲੈਨਿੰਗਸ ਚੱਲ ਰਹੀਆਂ ਨੇ? ਹੋਰ ਵੀ ਕਿਤਾਬਾਂ ਲਿਖਣ ਦੇ ਲਈ ਸੋਚ ਰਹੇ ਹੋ ਇਸ ਵੇਲੇ, ਜਾਂ ਇਸ ਕਿਤਾਬ ਨੂੰ ਹਲੇ ਫਿਲਹਾਲ ਲੋਕਾਂ ਦੇ ਰਿਸਪੌਂਸ ਤੋਂ ਬਾਅਦ ਦੇਖੋਗੇ ਕੀ ਕਰਨਾ? ਪਹਿਲਾਂ ਤਾਂ ਇਸ ਕਿਤਾਬ ਦਾ ਸ਼ਾਇਦ ਤੁਸੀਂ ਵਿੱਚ ਸੁਣਿਆ ਹੋਗਾ, ਜਿਹੜੀ ਪਹਿਲੀ ਮੇਰੀ ਕਿਤਾਬ ਸੀ ਰੈਗਸ ਟੂ ਰਾਗਸ ਨੇ, ਮੈਂ ਆਪਣੀ ਬੁੱਕ ਦਾ ਕਦੀ ਕੁਝ ਇੱਕ ਸਿੰਗਲ ਪੈਨੀ ਵੀ ਕੋਲ ਨਹੀਂ ਰੱਖੀ ਹੈ। ਹਾਲਾਂਕਿ ਮੈਂ 2-2 ਸਾਲ 3-3 ਸਾਲ ਮਿਹਨਤ ਕਰਕੇ ਇੱਕ ਪ੍ਰੋਡਕਟ ਹੈ, ਉਹ ਸਾਰਾ ਅਸੀਂ ਜੋ ਵੀ ਪਿਛਲੀ ਵਾਰ ਕੀਤਾ ਸੀ ਉਹ ਗਰਲ ਐਜੂਕੇਸ਼ਨ ਲਈ ਯੂਨੀਕ ਹੋਮ ਬੀਬੀ ਪ੍ਰਕਾਸ਼ ਕੌਰ ਜੀ ਨੂੰ ਇੱਕ ਪੈਨੀ ਦਿੱਤਾ ਸੀ। ਹੁਣ ਜਦੋਂ ਤੋਂ ਮੈਂ ਪਿੰਗਲਵਾੜੇ ਤੋਂ ਹੋ ਕੇ ਆਈ ਹਾਂ ਔਰ ਉੱਥੇ ਟਾਈਮ ਸਪੈਂਡ ਕੀਤਾ, ਮੈਨੂੰ ਲੱਗਦਾ ਹੈ ਇਹਦੇ ਤੋਂ ਵੱਡਾ ਗੁਰਦੁਆਰਾ ਮੰਦਿਰ ਕੋਈ ਨਹੀਂ ਹੈ। ਸੋ ਇਸ ਕਿਤਾਬ ਨੂੰ ਜਿੱਥੇ ਤੱਕ ਸਪਰੈਡ ਹੋ ਸਕਦਾ ਮੈਂ ਸਪਰੈਡ ਕਰੂੰਗੀ, ਔਰ ਜੋ ਵੀ ਇਹਦੇ ਵਿੱਚੋਂ ਆਮਦਨ ਫਰਸਟ ਹੋਏਗੀ ਉਹ ਪਿੰਗਲਵਾੜੇ ਪਹੁੰਚਾਈ ਜਾਏਗੀ। ਸੈਕੰਡਲੀ ਰਾਈਟਿੰਗ ਦੀ ਮੈਂ ਇਹ ਨਹੀਂ ਕਹਿ ਸਕਦੀ ਕਿ ਅਗਲੀ ਬੁੱਕ ਦਾ ਕਦੋਂ ਹੈ ਕੀ ਹੈ, ਬਟ ਮੈਂ ਲਿਖਣਾ ਬੰਦ ਨਹੀਂ ਕਰੂੰਗੀ, ਇਹ ਫॉर श्योर ਹੈ। ਥੈਂਕ ਯੂ ਸੋ ਮਚ। ਸੋ ਸਨ ਪ੍ਰੀਤ ਇੰਦਰ ਢਿੱਲੋਂ ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ ਸਮਾਜ ਦੇ ਵਿੱਚ ਇੱਕ ਸੁਨੇਹਾ ਜਿਹੜਾ ਜਾਣਾ ਚਾਹੀਦਾ ਉਹ ਦੇਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਨਾਂ ਔਰਤਾਂ ਨੂੰ ਚੁਣਿਆ ਗਿਆ ਜਿਹੜੀਆਂ ਸਾਡੇ ਲਈ ਮਾਰਗਦਰਸ਼ਕ ਨੇ। ਸਾਫ਼ ਤੌਰ 'ਤੇ ਕਿਹਾ ਕਿ ਇਸ ਕਿਤਾਬ ਦੀ ਇੱਕ ਅਹਿਮ ਗੱਲ ਇਹ ਵੀ ਰਹੀ ਹੈ ਕਿ ਔਰਤਾਂ ਦੇ ਨਾਲ ਲੋਕਾਂ ਨੂੰ, ਸਮਾਜ ਨੂੰ ਸੁਨੇਹਾ ਦੇਣ ਦੇ ਨਾਲ ਨਾਲ ਇੱਕ ਵੱਡੀ ਗੱਲ ਕਿ ਕਿਤਾਬ ਦੇ ਵਿੱਚੋਂ ਜੋ ਵੀ ਕਮਾਈ ਹੋਵੇਗੀ ਉਹ ਪਿੰਗਲਵਾੜੇ ਦਿੱਤੀ ਜਾਵੇਗੀ, ਜੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੁਨੇਹਾ ਹੈ। ਤੁਹਾਨੂੰ ਇਸ ਕਿਤਾਬ ਦੇ ਜ਼ਰੀਏ ਕੀ ਸਮਝਣ ਨੂੰ ਮਿਲਿਆ? ਤੁਸੀਂ ਕਿਤਾਬ ਪੜ੍ਹ ਕੇ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਦੇਣਾ। ਫਿਲਹਾਲ ਆ ਕੇ ਲੈਂਦੇ ਹਾਂ, ਧੰਨਵਾਦ।